ਇਹ ਸਿੱਧੀ ਲੁੱਟਾ ਕਿਸਾਨੀ ਦੀ ਕੌਡੀਆਂ ਦੇ ਭਾਅ ਮਾਲਕਾਂ ਦੀਆਂ ਜ਼ਮੀਨਾਂ ਲੈ ਲੈਣੀਆਂ। 29 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਸਰ ਚਰਨਜੀਤ ਸਿੰਘ ਚੰਨੀ ਦਾ ਘਰ ਦਾ ਘਿਰਾਓ ਕੀਤਾ ਜਾਏਗਾ। ਟਰੈਕਟਰਾਂ ਦੇ ਕਾਫਲੇ 'ਚ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਵੱਲ ਮੁੱਖ ਮੰਤਰੀ ਸਾਹਿਬ ਦੇ ਘਰ ਨੂੰ ਤੁਰਨਗੇ। ਅੱਜ ਜਿਸ ਤਰ੍ਹਾਂ ਸਾਡੇ ਧਾਰਮਿਕ ਸਥਾਨਾਂ 'ਤੇ ਸਾਡੀਆਂ ਧਰਮ ਦੀਆਂ ਸੰਸਥਾਵਾਂ 'ਤੇ ਹਮਲੇ ਹੋ ਰਹੇ ਨੇ। ਸਰਕਾਰਾਂ ਇੰਨੀ ਘਟੀਆ ਰਾਜਨੀਤੀ ਦੇ ਆ ਜਾਣ ਤੇ ਸਿੱਖਾਂ ਦੇ ਇੰਟਰਨਲ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ, ਉਹਨੂੰ ਕੋਈ ਪ੍ਰਵਾਨ ਨਹੀਂ ਕਰ ਸਕਦਾ। ਹੁਣ ਸਰਦਾਰ ਮਨਜਿੰਦਰ ਸਿੰਘ ਸਰਸੇ ਦਾ ਨੋਮੀਨੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜਿਆ ਕਿ ਜਿਹੜਾ ਬੰਦਾ ਆਪਣੇ ਦਸਤਖਤ ਪੰਜਾਬੀ 'ਚ ਕਰ ਸਕਦਾ ਹੈ ਉਹਨੂੰ ਸਮਝਿਆ ਜਾਊਗਾ ਕਿ ਇਹ ਪੰਜਾਬੀ ਲਿਖ ਸਕਦਾ ਹੈ। ਮਨਜਿੰਦਰ ਸਿੰਘ ਸਰਸੇ ਵਾਲੇ ਨੋਮੀਨੇਸ਼ਨ ਤੇ ਜੋ SCPC ਵੱਲੋਂ ਭੇਜਿਆ ਗਿਆ ਇਤਰਾਜ਼ ਲਾਏ ਗਏ। 24 ਤਰੀਕ ਦੀ ਮੀਟਿੰਗ ਹੈ ਤੇ ਕੱਲ ਉਹ ਉਸ ਨੂੰ ਖਾਰਿਜ ਕੀ ਲਿਖ ਕੇ ਕਰਦੇ ਹੈ ਕਿ ਇਹਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਨਾ ਲਿਖਣੀ ਆਉਂਦੀ ਹੈ। ਨਾਲ ਹੀ ਆਰਡਰ 'ਚ ਕੀ ਲਿਖਦਾ ਉਹ ਡਾਇਰੈਕਟਰ ਕੀ ਆਪਣੀ ਦਰਖਾਸਤ ਪੰਜਾਬੀ ਵਿੱਚ ਲਿਖੀ ਗਈ। ਜੇ ਪੰਜਾਬੀ ਦੀ ਦਰਖਾਸਤ 'ਚ ਗਲਤੀਆਂ ਨੇ ਤਾਂ ਇਹਦਾ ਡਜ਼ਨਟ ਮੀਨ ਕਿ ਉਹਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਤਾਂ ਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਲੁੱਟਣ ਨਹੀਂ ਦੇਣੀਆਂ। ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ 25,000 ਏਕੜ ਦੇ ਕਰੀਬ ਜ਼ਮੀਨ ਸੜਕਾਂ ਵਿੱਚ ਲਿਆਉਣ ਲਈ ਅਕਵਾਇਰ ਕਰਨ ਦੇ ਆਰਡਰ ਨੋਟੀਫਿਕੇਸ਼ਨ ਕੀਤੇ ਗਏ ਔਰ ਇਹਦੇ 'ਚ ਜਿਹੜਾ ਕਿਸਾਨਾਂ ਨੂੰ ਦੇਣ ਵਾਲਾ ਪੈਸਾ ਪਰ ਏਕੜ ਉਹ ਰੇਟ ਵਧਾਉਣੇ ਤਾਂ ਕੀ ਸੀ ਬਾਦਲ ਸਾਹਿਬ ਦੀ ਸਰਕਾਰ ਦੇ ਸਮੇਂ ਤੋਂ, ਬਲਕਿ ਉਸ ਸਮੇਂ ਤੋਂ ਅੱਧੇ ਤੋਂ ਵੀ ਘੱਟ ਕਰਤੇ, 1/3 ਕਰਤੇ। ਇਹ ਸਿੱਧੀ ਲੁੱਟਾ ਕਿਸਾਨੀ ਦੀ ਕੌਡੀਆਂ ਦੇ ਭਾਅ ਮਾਲਕਾਂ ਦੀਆਂ ਜ਼ਮੀਨਾਂ ਲੈ ਲੈਣੀਆਂ। ਸ਼੍ਰੋਮਣੀ ਅਕਾਲੀ ਦਲ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ। ਪੰਜਾਬੀਆਂ ਦੀ ਆਵਾਜ਼ ਹੋਣ ਦੇ ਨਾਤੇ, ਕਿਸਾਨਾਂ ਦੇ ਹਿੱਤੂ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ 29 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਸਰ ਚਰਨਜੀਤ ਸਿੰਘ ਚੰਨੀ ਦਾ ਘਰ ਦਾ ਘਿਰਾਓ ਕੀਤਾ ਜਾਏਗਾ ਔਰ ਗੁਰਦੁਆਰਾ ਅੰਬ ਸਾਹਿਬ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਟਰੈਕਟਰਾਂ ਦੇ ਕਾਫਲੇ 'ਚ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਵੱਲ ਮੁੱਖ ਮੰਤਰੀ ਸਾਹਿਬ ਦੇ ਘਰ ਨੂੰ ਤੁਰਨਗੇ। ਅਸੀਂ ਨਵੇਂ ਆਏ ਮੁੱਖ ਮੰਤਰੀ ਸਾਹਿਬ ਤੋਂ ਇਹ ਆਸ ਉਮੀਦ ਕਰਦੇ ਹਾਂ ਕਿ ਪਹਿਲਾਂ ਗਏ ਮੁੱਖ ਮੰਤਰੀ ਦੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਨਾ ਉਜਾੜਨ, ਪੰਜਾਬ ਦੇ ਕਿਸਾਨਾਂ ਦੀ ਲੁੱਟ ਰੋਕਣ, ਪੰਜਾਬ ਦੀ ਕਿਸਾਨੀ ਦੀ ਬਰਬਾਦੀ ਬਚਾਉਣ ਔਰ ਦਾਖਲ ਦੇ ਕੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦਾ ਮੁਆਵਜ਼ਾ ਜਿਹੜਾ ਹੈ ਉਹ ਦੁੱਗਣਾ ਕਰਨ, ਜਿਹੜਾ ਹੁਣ ਦਿੱਤਾ ਜਾ ਰਿਹਾ। ਆਪਣੇ ਹੇਠਲੇ ਅਧਿਕਾਰੀਆਂ ਨੂੰ ਹਦਾਇਤਾਂ ਕਰਨ ਕਿ ਵੱਧ ਤੋਂ ਵੱਧ ਜਿੰਨਾ ਵੀ ਉਸ ਏਰੀਏ ਦੇ ਵਿੱਚ ਜ਼ਮੀਨ ਦਾ ਮੁੱਲ ਆ ਉਹਦਾ 4 ਗੁਣਾ ਜਿਹੜੀ ਅਸਲੀ ਜ਼ਮੀਨ ਦੀ ਕੀਮਤ ਆ, ਮਾਰਕੀਟ ਪ੍ਰਾਈਸ ਜਿਹਨੂੰ ਕਹਿੰਦੇ ਆ, ਉਹਦਾ 4 ਗੁਣਾ ਜੋ ਭਾਰਤ ਸਰਕਾਰ ਦਾ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਦਿੱਤਾ ਜਾਵੇ। ਇਹ ਚਲਾਕੀ ਤੇ ਹੁਸ਼ਿਆਰੀ ਜਿਹੜੀ ਕੈਪਟਨ ਸਾਹਿਬ ਦੇ ਰਾਜ 'ਚ ਹੋਈ ਕਿ ਕਲੈਕਟਰ ਰੇਟ 1/3 ਕਰਤੇ ਤੇ ਫਿਰ 1/3 ਹੀ ਮੁਆਵਜ਼ਾ ਮਿਲਿਆ। ਸੋ ਕਿਸਾਨੀ ਨੂੰ ਬਚਾਉਣ ਲਈ, ਕਿਉਂਕਿ ਇਹ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹ ਮਿੱਟੀ ਦੇ ਨਾਲ ਹੇਠਾਂ ਤੋਂ ਠੋਸ ਬਣ ਰਹੀਆਂ ਨੇ, ਇਹਨਾਂ ਦੇ ਜ਼ਮੀਨਾਂ ਵੀ ਡਿਵਾਈਡ ਹੋ ਰਹੀਆਂ ਨੇ। ਸਿੰਚਾਈ ਵਾਲਾ ਪਾਣੀ ਜਿਹੜਾ ਹੈ ਉਹ ਲਾਉਣ ਲਈ ਦੁੱਗਣਾ ਖਰਚਾ ਕਰਨਾ ਪਊਗਾ ਕਿਸਾਨ ਨੂੰ। ਪਾਣੀ ਦੇ ਨਿਕਾਸ ਦਾ ਪ੍ਰਬੰਧ ਕੋਈ ਨਹੀਂ ਹੋਏਗਾ, ਉਹਦਾ ਨੁਕਸਾਨ ਹੋਊਗਾ ਕਿਸਾਨ ਨੂੰ। ਜ਼ਮੀਨ ਕਈ ਹਿੱਸਿਆਂ ਵਿੱਚ ਵੰਡੀ ਜਾਣੀ ਆ, ਉਹਦਾ ਨੁਕਸਾਨ ਹੋਊਗਾ ਕਿਸਾਨ ਨੂੰ। ਇਹ ਨੁਕਸਾਨ ਧਿਆਨ 'ਚ ਰੱਖਦੇ ਹੋਏ ਅੱਜ ਦੇ ਨਵੇਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੀਡੀਆ ਰਾਹੀਂ ਅਪੀਲ ਵੀ ਕਰਦੇ ਹਾਂ ਕਿ ਉਹ ਐਲਾਨ ਕਰਨ ਕਿ ਤਿੱਗਣਾ ਮੁਆਵਜ਼ਾ ਕਿਸਾਨਾਂ ਨੂੰ ਦੇਵਾਂਗੇ
ਬਾਦਲ ਸਾਹਿਬ ਦੇ ਸਰਕਾਰ ਸਮੇਂ ਤੋਂ ਕੀਮਤਾਂ ਵੀ ਵੱਧ ਗਈਆਂ ਜਦ ਤੋਂ, ਮਹਿੰਗਾਈ ਵੱਧ ਗਈ ਜਦ ਤੋਂ। ਸੋ ਵਾਧਾ ਤਾਂ ਕੀ ਕਰਨਾ ਸੀ, ਬਲਕਿ ਘਾਟਾ ਹੋ ਰਿਹਾ। ਔਰ ਮੈਂ ਕਹਿ ਸਕਦਾ ਕਿ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਦਾ ਇੱਕ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦਾ ਜਿੰਨਾ ਖਤਰਾ, ਉਨਾ ਹੀ ਇਹ ਖਤਰਾ ਕਿ ਮਾਲਕਾਂ ਨੂੰ ਜ਼ਮੀਨਾਂ ਜਿਹੜੀਆਂ, ਮਾਲਕਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਕੌਡੀਆਂ ਦੇ ਭਾਅ ਲੁੱਟੀਆਂ ਜਾ ਰਹੀਆਂ ਨੇ। ਸੋ 29 ਤਰੀਕ ਨੂੰ ਸਾਡਾ ਜਿਹੜਾ ਪ੍ਰਦਰਸ਼ਨ ਹੋਏਗਾ ਸ਼ਾਂਤਮਈ ਹੋਏਗਾ। ਠੀਕ 11 ਵਜੇ ਅਸੀਂ ਉੱਥੋਂ ਟਰੈਕਟਰਾਂ ਦਾ ਕਾਫਲਾ ਲੈ ਕੇ ਮੁੱਖ ਮੰਤਰੀ ਸਾਹਿਬ ਦੇ ਘਰ ਨੂੰ ਤੁਰਾਂਗੇ। ਔਰ ਬਾਕੀ ਹੈ ਜਿਹੜਾ ਅੱਜ ਜਿਸ ਤਰ੍ਹਾਂ ਸਾਡੇ ਧਾਰਮਿਕ ਸਥਾਨਾਂ 'ਤੇ, ਸਾਡੀਆਂ ਧਰਮ ਦੀਆਂ ਸੰਸਥਾਵਾਂ 'ਤੇ ਹਮਲੇ ਹੋ ਰਹੇ ਨੇ, ਔਰ ਸਰਕਾਰ ਵੱਲੋਂ ਇਹ ਸਾਡੀਆਂ ਪੰਥ ਦੀਆਂ ਸੰਸਥਾਵਾਂ ਨੂੰ ਕਬਜ਼ਾ ਕਰਨ ਲਈ ਯਤਨ ਹੋ ਰਹੇ ਨੇ। ਖਾਸ ਤੌਰ 'ਤੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਹੁਣ ਖੇਡ ਖੇਡੀ ਜਾ ਰਹੀ ਆ ਸਰਕਾਰ ਵੱਲੋਂ, ਉਹ ਬਹੁਤ ਹੀ ਨਿੰਦਣਯੋਗ ਵੀ ਆ, ਦੁਖਦਾਈ ਆ। ਉਹਦਾ ਹਵਾਲਾ ਮਾਨਯੋਗ ਸਾਹਿਬ ਮਹੇਸ਼ਿੰਦਰ ਸਿੰਘ ਗਰੇਵਾਲ ਹੁਣੀ ਸਾਰਾ ਤੁਹਾਨੂੰ ਦੱਸਣਗੇ ਕੀ ਕੁਛ ਉੱਥੇ ਵਾਪਰਿਆ। ਮੈਂ ਜੋ ਪ੍ਰੈਸ ਸਾਹਿਬ ਨੇ ਕਿਹਾ ਉਦੋਂ ਅੱਗੇ ਗੱਲ ਤੋੜਦਾ। ਦੇਖੋ, ਹੈਰਾਨੀ ਦੀ ਗੱਲ ਇਹ ਹੈ ਕਿ ਲੋਕਤੰਤਰ ਵਿੱਚ 4 ਸਾਲ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਈਆਂ। 46 ਵਿੱਚੋਂ ਸ਼੍ਰੋਮਣੀ ਅਕਾਲੀ ਦਲ 27 ਜਿੱਤੇ ਆ, ਵਿਰੋਧੀ 19 ਜਿੱਤੇ। ਇੱਕ ਮੈਂਬਰ ਉਹਨਾਂ ਦਾ ਆ ਗਿਆ, ਅਸੀਂ 28 ਹੋ ਗਏ। ਇੱਕ ਸਾਡਾ ਕਾਪਟ ਹੋ ਗਿਆ, 29 ਹੋ ਗਏ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਭੇਜਿਆ ਗਿਆ, ਸਰਦਾਰ ਮਨਜਿੰਦਰ ਸਿੰਘ ਸਰਸਾ, ਅਸੀਂ 30 ਹੋ ਗਏ। ਪਰ ਦੁੱਖ ਲੱਗਦਾ ਇਸ ਗੱਲ ਦਾ ਕਿ ਜਦ ਸਰਕਾਰਾਂ ਇੰਨੀ ਘਟੀਆ ਰਾਜਨੀਤੀ ਦੇ ਆ ਜਾਣ ਤੇ ਸਿੱਖਾਂ ਦੇ ਇੰਟਰਨਲ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ, ਉਹਨੂੰ ਕੋਈ ਪ੍ਰਵਾਨ ਨਹੀਂ ਕਰ ਸਕਦਾ। ਹੁਣ ਸਰਦਾਰ ਮਨਜਿੰਦਰ ਸਿੰਘ ਸਰਸੇ ਦਾ ਨੋਮੀਨੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਲਈ ਲਾਜ਼ਮ ਕੀ ਹੈ ਕਿ ਉਹਨੂੰ ਗੁਰਮੁਖੀ ਪੜ੍ਹਨੀ ਆਉਂਦੀ ਹੋਵੇ ਤੇ ਲਿਖਣੀ ਹੋਵੇ। ਐਕਟ 'ਚ ਲਿਖਣੀ ਦੀ ਡੈਫੀਨੇਸ਼ਨ ਕੀ ਲਿਖੀ ਹੈ ਕਿ ਜਿਹੜਾ ਬੰਦਾ ਆਪਣੇ ਦਸਤਖਤ ਪੰਜਾਬੀ 'ਚ ਕਰ ਸਕਦਾ ਹੈ ਉਹਨੂੰ ਸਮਝਿਆ ਜਾਊਗਾ ਕਿ ਇਹ ਪੰਜਾਬੀ ਲਿਖ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਨੇ ਮਾਨਯੋਗ ਪ੍ਰਧਾਨ ਨੂੰ ਆਪਣੇ ਨੂੰ ਪਾਵਰਸ ਦਿੱਤੀਆਂ ਕਿ ਤੁਸੀਂ ਇੱਕ ਨੋਮੀਨੇਸ਼ਨ ਭੇਜ ਦਿਓ। ਨੋਮੀਨੇਸ਼ਨ ਪ੍ਰੈਜ਼ੀਡੈਂਟ ਐਸਜੀਪੀਸੀ ਨੇ ਸਰਦਾਰ ਮਨਜਿੰਦਰ ਸਿੰਘ ਸਰਸਾ ਦਾ ਭੇਜਤਾ। 9 ਸਤੰਬਰ ਨੂੰ ਕਾਪਸ਼ਨ ਦੀ ਮੀਟਿੰਗ ਹੋਈ। ਰੂਲ ਕੀ ਹੈ ਕਿ ਕਾਪਸ਼ਨ ਵਿੱਚ 2 ਮੈਂਬਰ ਦਿੱਲੀ ਦੇ ਇਲੈਕਟਿਡ ਮੈਂਬਰ ਕਰਨਗੇ, ਇੱਕ ਨੁਮਾਇੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਊਗਾ, 2 ਨੁਮਾਇੰਦੇ ਜਿਹੜੇ ਹੈਗੇ ਆ ਉਹ ਦਿੱਲੀ ਦੀਆਂ ਸਿੰਘ ਸਭਾਵਾਂ ਵਿੱਚੋਂ ਲੋਟਰੀ ਦੇ ਡਰਾਅ ਨਾਲ ਨਿਕਲਣਗੀਆਂ। ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ, ਜਿਹਦੇ ਥੱਲੇ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਦਾ ਡਾਇਰੈਕਟ ਇੰਪਲਾਈ ਆ ਉਹਨਾਂ ਨੇ ਪਹਿਲਾਂ ਤਾਂ 9 ਤਰੀਕ ਨੂੰ ਉਹ ਦਿੱਤੇ ਹੋਏ ਏਜੰਡੇ ਦੇ ਮੁਤਾਬਕ ਪੂਰੀ ਕਾਰਵਾਈ ਨਹੀਂ ਕੀਤੀ। ਸਰਦਾਰ ਮਨਜਿੰਦਰ ਸਿੰਘ ਸਰਸੇ ਵਾਲੇ ਨੋਮੀਨੇਸ਼ਨ ਤੇ ਜੋ ਐਸਜੀਪੀਸੀ ਵੱਲੋਂ ਭੇਜਿਆ ਗਿਆ ਇਤਰਾਜ਼ ਲਾਏ ਗਏ। 24 ਤਰੀਕ ਦੀ ਮੀਟਿੰਗ ਹੈ ਤੇ ਕੱਲ ਉਹ ਉਸ ਨੂੰ ਖਾਰਿਜ ਕੀ ਲਿਖ ਕੇ ਕਰਦੇ ਆ ਕਿ ਇਹਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਨਾ ਲਿਖਣੀ ਆਉਂਦੀ ਹੈ। ਨਾਲ ਹੀ ਆਰਡਰ 'ਚ ਕੀ ਲਿਖਦਾ ਉਹ ਡਾਇਰੈਕਟਰ ਕੀ ਆਪਣੀ ਦਰਖਾਸਤ ਪੰਜਾਬੀ ਵਿੱਚ ਲਿਖੀ ਗਈ। ਜੇ ਪੰਜਾਬੀ ਦੀ ਦਰਖਾਸਤ 'ਚ ਗਲਤੀਆਂ ਨੇ ਤਾਂ ਇਹਦਾ ਡਜ਼ਨ ਮੀਨ ਕਿ ਉਹਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਦੁਰਸਤ ਕਹਿ ਸਕਦੇ ਹੋ ਕਿ ਨਹੀਂ ਲਿਖਣੀ ਆਉਂਦੀ, ਪਰ ਪੰਜਾਬੀ ਨਹੀਂ ਲਿਖਣੀ ਆਉਂਦੀ ਨਹੀਂ ਕਿਹਾ ਜਾ ਸਕਦਾ ਜਿਹਨੇ 46 ਅੱਖਰਾਂ ਦੀ ਦਰਖਾਸਤ ਆਪਣੇ ਹੱਥ ਨਾਲ ਲਿਖੀ। ਤੇ ਫਿਰ ਸਭ ਤੋਂ ਘਟੀਆ ਗੱਲ ਕੀ ਹੈ ਕਿ 20 ਦਿਨ ਪਹਿਲਾਂ ਤੁਸੀਂ ਉਸ ਬੰਦੇ ਦਾ ਜਿਹੜੀ ਰਿਕੁਆਇਰਮੈਂਟ ਆ ਦਿੱਲੀ ਐਕਟ ਦੀ ਨੋਮੀਨੇਸ਼ਨ ਐਕਸੈਪਟ ਕਰਦੇ ਹੋ ਜਦੋਂ ਚੋਣ ਲੜਦਾ। 20 ਦਿਨ ਵਿੱਚ ਉਹਨੇ ਕੀ ਡਿਸਕੁਆਲੀਫਿਕੇਸ਼ਨ ਅਰਨ ਕਰ ਲਈ ਕਿ ਤੁਸੀਂ 20 ਦਿਨ ਬਾਅਦ ਉਸ ਬੰਦੇ ਨੂੰ ਇਹ ਕਹਿੰਦੇ ਹੋ ਕਿ ਪੰਜਾਬੀ ਜਾਣਦਾ ਨਹੀਂ ਆ, ਨਾ ਪੜ੍ਹਨੀ ਆਉਂਦੀ ਆ ਨਾ ਲਿਖਣੀ ਆਉਂਦੀ ਹੈ। ਸੋ ਅੱਜ ਅਸੀਂ ਅਕਾਲੀ ਦਲ ਵੱਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਇਹ ਸਖਤ ਚੇਤਾਵਨੀ ਦਿੰਦੇ ਆ ਕਿ ਸਿੱਖਾਂ ਨੇ ਕਦੇ ਆਪਣੇ ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਦੇ ਕਬਜ਼ੇ ਨਹੀਂ ਹੋਣ ਦਿੱਤੇ। ਕਾਂਗਰਸ ਦੀ ਸਰਕਾਰ ਦਿੱਲੀ ਦੀ ਵੀ ਰਹੀ, ਸਿੱਖ ਪਰੰਪਰਾਵਾਂ ਨੂੰ, ਸਿੱਖ ਸੰਸਥਾਵਾਂ ਨੂੰ, ਸਿੱਖ ਸਿਧਾਂਤਾਂ ਨੂੰ ਠੇਸ ਮਾਰਨ ਦੀ ਗੱਲ ਕੀਤੀ। ਉਹਨਾਂ ਨੇ ਅਕਾਲ ਤਖਤ ਢਾਇਆ, ਦਰਬਾਰ ਸਾਹਿਬ ਤੇ ਹਮਲੇ ਕੀਤੇ, ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕੀਤੀਆਂ। ਉਹੀ ਲੀਹਾਂ ਤੇ ਹੁਣ ਕੇਜਰੀਵਾਲ ਦੀ ਦਿੱਲੀ ਦੀ ਸਰਕਾਰ ਚੱਲਦੀ ਪਈ ਹੈ। ਇਹ ਅਸੀਂ ਉਹਨਾਂ ਨੂੰ ਵਾਰਨ ਕਰਨਾ ਚਾਹੁੰਦੇ ਹਾਂ। ਤੇ ਇਦੋਂ ਘਟੀਆ ਗੱਲ ਕੀ ਹੈ ਕਿ 6 ਇਲੈਕਟਿਡ ਮੈਂਬਰਾਂ ਤੇ ਪਰਚੇ ਦਰਜ ਕਰਤੇ ਕਿ ਝੂਠੇ ਕਿ ਉਹ ਚੋਣ ਵਿੱਚ ਪ੍ਰਕਿਰਿਆ ਵਿੱਚ ਹਿੱਸਾ ਨਾ ਲੈ ਸਕਣ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਮੈਂਬਰ ਇਲੈਕਟ ਹੋ ਗਏ ਨੇ
ਉਹਨਾਂ ਦੀ ਹਾਜ਼ਰੀ ਜਿਹੜੀ ਚੋਣ ਪ੍ਰਕਿਰਿਆ ਵਿੱਚੋਂ ਆ ਕਿਸੇ ਕਾਨੂੰਨ ਤਹਿਤ ਨਹੀਂ ਰੋਕੀ ਜਾ ਸਕਦੀ। ਨਾ ਸ਼੍ਰੋਮਣੀ ਅਕਾਲੀ ਦਲ ਉਹਨੂੰ ਕਦੇ ਰੋਕਣ ਦੇਊਗਾ। ਇੱਥੇ ਤੱਕ ਹੀ ਬਸ ਨਹੀਂ, ਆ ਹਿੱਤ ਸਾਹਿਬ ਸਾਡੇ ਪ੍ਰਧਾਨ ਬੈਠੇ ਨੇ ਤਖਤ ਪਟਨਾ ਸਾਹਿਬ ਦੇ, ਇਹਨਾਂ ਦੀ ਕਮੇਟੀ ਨੇ ਉੱਥੋਂ ਦੇ ਜਿਹੜੇ ਜਥੇਦਾਰ ਸਨ ਉਹਨਾਂ ਨੂੰ ਸੀਰੀਅਸ ਇਲਜ਼ਾਮਾਂ ਦੇ ਤਹਿਤ ਉੱਥੋਂ ਬਰਖਾਸਤ ਕੀਤਾ ਤੇ ਹੁਣ ਉਹਨਾਂ ਨੂੰ ਰੀਇਨਸਟੇਟ ਕਰਦੇ ਪਏ ਦਿੱਲੀ ਦਾ, ਉਹ ਪਟਨਾ ਸਾਹਿਬ ਦਾ ਜਿਹੜਾ ਕਸਟੋਡੀਅਨ ਹੈ। ਮੇਰਾ ਮਤਲਬ ਕਿ ਇਹ ਗਿਣੀ ਮਿਥੀ ਸਾਜ਼ਿਸ਼ ਤਹਿਤ ਜਿਵੇਂ ਸਰਕਾਰਾਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਸਿੱਖ ਸੰਸਥਾਵਾਂ ਦੇ ਤਖਤ ਪਟਨਾ ਸਾਹਿਬ 5 ਤਖਤਾਂ 'ਚੋਂ ਇੱਕ ਤਖਤ ਹੈ ਜਿਹੜੇ ਇਹ ਕਬਜ਼ੇ ਕਰਨਾ ਚਾਹੁੰਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਇਹਨਾਂ ਗੱਲਾਂ ਨੂੰ ਕਦੇ ਪ੍ਰਵਾਨ ਨਹੀਂ ਕਰੂਗਾ। ਅਸੀਂ ਸੈਂਟਰ ਦੀ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਕਾਂਗਰਸ ਦੀ ਸਰਕਾਰ ਸਿੱਖ ਸੰਸਥਾਵਾਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੀ ਰਹੀ, ਉਹਨਾਂ ਨੂੰ ਕਿਵੇਂ ਮੂੰਹ ਦੀ ਖਾਣੀ ਪਈ। ਤੇ ਤੁਸੀਂ ਜਿਹੜਾ ਇਹ ਕੰਮ ਕਰਿਆ ਹੋਇਆ ਇਹ ਕੰਮ ਹੀ ਨਹੀਂ ਪ੍ਰਵਾਨ ਕਰੂ। ਹੁਣ ਅਦਾਲਤਾਂ 'ਚ